मिस्टर सिंह प्रोडक्शंस ते गुरबानी कीर्तन ढाडी वारा कथा कवि श्री वारा लाइव कीर्तन देखण लई हुणे सबसक्राइब करो अते बैल दी घंटी वजाउणा ना भुलना। ज्ञान ध्यान किश कर्म न जाना, सार ना जाना तेरी। सब ते वड्डा सतगुर नानक, जिन कल राखी मेरी। मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गर्भास ना परिया रे। गुरा एक देह बुझाई, सबना जिया का एक दाता। सो मैं विसर ना जाई, सबना जिया का एक दाता। सो मैं विसर ना जाई। जुग जुग अटल चवर छतर तख्त दे मालक, वालीए कुल आलम समुची मानवता दे सांझे गुरु। शब्द गुरु सतगुरु श्री गुरु ग्रंथ साहिब सच्चे पातशाह जी दी मुबारक मुकद्दस हजूरी दे अंदर सुभाएमान होए बैठे गुरमुख प्यारे सत संगी जनों। सतगुरां जी दी अपार बख्शिश रहमत होई है साडे सारियां दे उपर, जो सतगुरां ने त्रुट करके समय ते सवासां नूं सफलिया करन दे लई सत संगत दियां महान घड़ियां दी दात साडी झोली दे विच पाई है। मुबारक धरती गुरुद्वारा श्री बेर साहिब सुल्तानपुर लोधी और मुबारक दिन धन सतगुरु श्री गुरु नानक देव पातशाह जी का पावन प्रकाश आगमन दिहाड़ा आपां मना रहे हैं। भाई मरदाना जी दीवान हाल दे अंदर सतगुरु जी तख्त दे उपर विराजमान हो करके सानू दर्शन दीदारे बख्शदे पए ने। गुरमुखां दे पासों आपां अमृतमयी गुरबाणी दा कीर्तन सरवण करके लाहा प्राप्त करदे पए सां। आओ कुछ कुछ समय दे लई आपां गुरमत विचारां दे नाल जुड़ना है, तो मैं संगत नूं निमरता सहित दोवें हथ जोड़ के अर्ज करांगा कि थोड़ी जिही इकाग्रता और टिकाऊ बनाइए, क्योंकि गुरु नानक साहब सतगुरां जी का घर एडा महान है। इत्थों जो कुछ भी कोई मंगदा है मेरा गुरु नानक साहब उहदी झोली दे विच हस के पा दिंदा है। पर सानू मंगन दा तरीका ये गुरु बाबे दी बाणी तो सीखना चाहिए है। असीं अपनी मत वरत के अपनी बुद्ध नूं वरत के गुरु नानक साहब जी की नज़र दे विच प्रवान होना चाहुंदे आ। पर बाबे दी बाणी कहती है सहस सियाणपा लख होए तां एक ना चलै नाल। इत्थे अपनी मत अपनी अकल अपनी सियाणप नूं त्याग के गुरु की मत नूं धारण करके निमरता भाव नूं अपनावेगा तो गुरु नानक दे दर तो तू कदी भी खाली नहीं जा सकेगा। इस करके साध संगत
ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸਾਡੇ ਉੱਪਰ ਕਿਰਪਾ ਕੀਤੀ ਹੈ, ਸਰੀਰ ਕਰਕੇ ਆਪਣੀ ਗੋਦ ਦੇ ਅੰਦਰ ਬਿਠਾਇਆ ਏ। ਸਤਿਗੁਰੂ ਰਹਿਮਤ ਕਰ, ਜਿਹੜਾ ਸਾਡਾ ਮਨ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦਾ ਪਿਆ ਏ। ਸਤਿਗੁਰੂ, ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਸਾਡੀ ਸਿਆਣਪ, ਸਾਡੀ ਅਕਲ ਦੇ ਨਾਲ ਉਹ ਵਸ ਦੇ ਵਿੱਚ ਆ ਜਾਵੇ, ਪਰ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੇਰੇ ਘਰ ਦੇ ਵਿੱਚ, ਤੇਰੇ ਚਰਨਾਂ ਦੇ ਵਿੱਚ, ਤੇਰੇ ਸ਼ਬਦ ਦੇ ਵਿੱਚ, ਤੇਰੇ ਉਪਦੇਸ਼ ਦੇ ਵਿੱਚ ਸਮਰੱਥਾ, ਤਾਕਤ ਹੈ। ਜੇ ਉਹਦੇ ਨਾਲ ਜੁੜਨਾ ਹੈ ਤੇ ਤੇਰੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਆਓ ਤਰਲਾ ਮਾਰੀਏ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਿ ਮਾਲਕਾ ਕਿਰਪਾ ਕਰ, ਸਾਡਾ ਮਨ ਦਸ਼ਾਂ ਦਿਸ਼ਾਵਾਂ ਦੇ ਵਿੱਚ ਭਟਕਦਾ ਪਿਆ ਏ, ਤੇਰੀ ਕਿਰਪਾ ਦੇ ਨਾਲ ਵਸ ਦੇ ਵਿੱਚ ਆ ਸਕਦਾ ਏ। ਦਾਤਾ ਰਹਿਮਤ ਕਰ, ਇੱਕ ਖਿਣ ਮਾਤਰ ਤੇਰੇ ਚਰਨਾਂ ਦੇ ਨਾਲ, ਤੇਰੀ ਬਾਣੀ ਦੇ ਨਾਲ, ਤੇਰੇ ਸਿਧਾਂਤ ਦੇ ਨਾਲ ਜੁੜ ਜਾਵੇ, ਸਾਡਾ ਆਉਣ ਜਾਣ ਦਾ ਚੱਕਰ ਖਤਮ ਹੋ ਜਾਵੇ। ਆਪ ਜਿੰਨੇ ਵੀ ਜੁੜੇ ਬੈਠੇ ਹੋ, ਗੁਰੂ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪ੍ਰੇਮ ਦੇ ਵਿੱਚ ਭਿੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਔਰ ਹਰ ਇੱਕ ਸਿੱਖ ਦਾ ਇਹ ਫਰਜ਼ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ, ਸਤਿਗੁਰਾਂ ਜੀ ਦੇ ਉਪਦੇਸ਼ ਤੇ ਬਾਣੀ ਦੇ ਸਿਧਾਂਤ ਦੇ ਉੱਪਰ ਚੱਲ ਕੇ ਆਪਣੇ ਅਮਲੀ ਜੀਵਨ ਨੂੰ ਸਤਿਗੁਰਾਂ ਜੀ ਦੀ ਨਿਗਾਹ ਦੇ ਵਿੱਚ ਪ੍ਰਵਾਨ ਕਰਨਾ। ਆਪਾਂ ਗੁਰੂ ਬਾਬੇ ਦੀ ਬਾਣੀ ਦਾ ਇੱਕ ਮੰਗਲ ਪੜ੍ਹਿਆ ਏ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਸ ਮੁਬਾਰਕ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਵੱਡਾ ਕਿਹਾ ਏ। ਮਹਾਰਾਜ ਕਹਿੰਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਿਉਂ ਵੱਡੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ? ਕੇਵਲ ਇਸੇ ਗੱਲ ਦੀ ਵਿਚਾਰ ਕਰਨੀ ਹੈ। ਦੂਸਰਾ ਮੰਗਲ ਆਪਾਂ ਨੇ ਸਰਵਣ ਕੀਤਾ। ਮਹਾਰਾਜ ਕਹਿੰਦੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ। ਸਾਹਿਬ ਕਹਿੰਦੇ, ਸਾਡੇ ਵਰਗਿਆਂ ਦੀ ਕਿਹੜੀ ਗੱਲ ਹੈ, ਇੱਥੇ ਤੇ ਕਰੋੜਾਂ ਲੋਕ ਇਦਾਂ ਦੇ ਹੋਏ ਨੇ ਜਿਨ੍ਹਾਂ ਦਾ ਜੀਵਨ ਪਾਪਾਂ ਦੇ ਨਾਲ, ਅਪਰਾਧਾਂ ਦੇ ਨਾਲ ਭਰਿਆ ਹੋਇਆ ਸੀ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਪਰ ਕਹਿੰਦੇ ਉਹ ਵੀ ਤਰ ਗਏ ਨੇ। ਉਹਨਾਂ ਨੇ ਜੀਵਨ ਦੇ ਵਿੱਚ ਇੱਕ ਕੰਮ ਕੀਤਾ, ਇੱਕ ਨੇ ਦਰਸ਼ਨ ਕੀਤੇ, ਦੂਜੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣਿਆ, ਤੇ ਮਹਾਰਾਜ ਕਹਿੰਦੇ ਸੇ ਫਿਰ ਗਰਭਾਸ ਨਾ ਭਰਿਆ ਰੇ। ਉਹ ਦੁਬਾਰਾ 84 ਦੇ ਗੇੜੇ ਦੇ ਵਿੱਚ ਆਏ ਨਹੀਂ, ਉਹ ਸਦਾ ਦੇ ਲਈ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਭੇਦ ਹੋ ਗਏ ਨੇ। ਤੇ ਸਾਧ ਸੰਗਤ, ਹਕੀਕਤ ਹੈ, ਜੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵੱਲ ਆਪਾਂ ਝਾਤ ਮਾਰੀਏ ਤੇ ਮੇਰੇ ਦਾਤੇ ਦੇ ਪਰ ਉਪਕਾਰਾਂ ਦੇ ਨਾਲ ਸਤਿਗੁਰਾਂ ਜੀ ਦਾ ਇਤਿਹਾਸ ਭਰਿਆ ਹੋਇਆ ਹੈ। ਤੇ ਸਾਧ ਸੰਗਤ, ਕੋਈ ਬਹੁਤਾ ਲੰਮਾ ਸਮਾਂ ਨਹੀਂ, ਮੇਰੇ ਗੁਰੂ ਨਾਨਕ ਨੇ ਆਪਣੀਆਂ ਬਖਸ਼ਿਸ਼ਾਂ ਦੀ ਬਰਕਤ ਉਦੋਂ ਹੀ ਇਸ ਸੰਸਾਰ ਦੇ ਵਿੱਚ ਵਖੇਰਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਅਜੇ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਹੈ। ਸਾਡਾ ਇਤਿਹਾਸ ਕਹਿੰਦਾ ਏ, ਰਾਏ ਭੋਏ ਦੀ ਤਲਵੰਡੀ, ਉੱਥੇ ਬਾਬਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਦੇ ਨਾਲ ਰਹਿੰਦੇ ਸਨ, ਔਰ ਉਸ ਧਰਤੀ ਦੇ ਉੱਪਰ ਇੱਕ ਔਰਤ ਵਸਦੀ ਹੈ ਜਿਹਦਾ ਨਾਮ ਇਤਿਹਾਸ ਨੇ ਦੌਲਤਾਂ ਲਿਖਿਆ ਹੈ। ਆਪਾਂ ਸ਼ਬਦ ਵਰਤਦੇ ਹਾਂ ਦੌਲਤਾਂ ਦਾਈ, ਨਾਮ ਉਹਦਾ ਦੌਲਤਾਂ ਏ, ਪਰ ਕਿੱਤਾ ਦਾਈ ਦਾ ਹੋਣ ਕਰਕੇ ਲੇਖਕਾਂ ਨੇ, ਇਤਿਹਾਸਕਾਰਾਂ ਨੇ ਸ਼ਬਦ ਦੌਲਤਾਂ ਦਾਈ ਵਰਤੇ ਨੇ। ਇਹ ਦੌਲਤਾਂ, ਅੱਜ ਉਹਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ ਹੈ ਕਿ ਇਸ ਰਾਏ ਭੋਏ ਦੀ ਤਲਵੰਡੀ ਤੇ ਬਾਬਾ ਕਲਿਆਣ ਦਾਸ ਰਹਿੰਦਾ ਏ, ਉਹਦੇ ਘਰ ਦੇ ਵਿੱਚ ਖੁਦਾ ਦੀ ਰਹਿਮਤ ਵਰਸਣ ਵਾਲੀ ਹੈ। ਦੌਲਤਾਂ ਨੂੰ ਆਸ ਮਨ ਦੇ ਵਿੱਚ ਜਾਗੀ ਹੈ। ਇਹ ਆਪਣੇ ਘਰ ਤੋਂ ਤੁਰੀ ਹੈ, ਜਾ ਕੇ ਬਾਬਾ ਕਲਿਆਣ ਦਾਸ ਜੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਏ। ਬੇਨਤੀ ਕੇਵਲ ਇੰਨੀ ਹੈ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ ਏ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਿਆ ਏ, ਉਹਨਾਂ ਦਾ ਬੇੜਾ ਪਾਰ ਹੋ ਗਿਆ ਏ। ਦਰਵਾਜ਼ਾ ਖੜਕਾਇਆ ਏ।
ਬਾਬਾ ਕਲਿਆਣ ਦਾਸ ਜੀ ਨੇ ਦਰਵਾਜ਼ਾ ਖੋਲ੍ਹਿਆ, ਸਾਹਮਣੇ ਦੌਲਤਾਂ ਨੂੰ ਤੱਕਿਆ ਏ, ਸਾਦਰ ਸਹਿਤ ਅੰਦਰ ਲੈ ਕੇ ਗਏ ਨੇ। ਇੱਕ ਆਸਣ ਦੇ ਉੱਪਰ ਦੌਲਤਾਂ ਨੂੰ ਬਿਠਾ ਦਿੱਤਾ ਏ। ਦੌਲਤਾਂ ਨੇ ਮੁਸਕਰਾ ਕੇ ਬਾਬਾ ਕਲਿਆਣ ਦਾਸ ਜੀ ਦੇ ਚਿਹਰੇ ਵੱਲ ਵੇਖਿਆ ਏ। ਕਹਿਣ ਲੱਗੇ, ਪਟਵਾਰੀ ਜੀ, ਰਾਏ ਭੋਏ ਦੀ ਤਲਵੰਡੀ, ਜਿੰਨੇ ਵੀ ਬਾਲ ਤੁਹਾਨੂੰ ਗਲੀਆਂ ਦੇ ਵਿੱਚ ਖੇਡਦੇ ਹੋਏ ਨਜ਼ਰ ਆਉਂਦੇ ਨੇ, ਉਹਨਾਂ ਦਾ ਜਨਮ ਇਹਨਾਂ ਹੱਥਾਂ ਦੇ ਵਿੱਚ ਹੋਇਆ ਏ। ਇੱਦਾਂ ਦਾ ਕੋਈ ਬੱਚਾ ਨਹੀਂ ਜਿਨ੍ਹੇ ਦੌਲਤਾਂ ਦੇ ਹੱਥਾਂ ਦੀ ਛੂਹ ਪ੍ਰਾਪਤ ਨਹੀਂ ਕੀਤੀ। ਤੇ ਸੱਚ ਕਰਕੇ ਜਾਣਿਓ, ਜਦੋਂ ਵੀ ਕਿਸੇ ਦੇ ਘਰ ਦੇ ਵਿੱਚ ਕੋਈ ਔਲਾਦ ਹੁੰਦੀ ਹੈ, ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਪਰ ਜਦੋਂ ਦਾਈ ਦੀ ਗੱਲ ਆਉਂਦੀ ਹੈ, ਸਾਰੇ ਹੱਥ ਘੁੱਟ ਲੈਂਦੇ ਨੇ। ਲੋਕਾਂ ਨੇ ਮੈਨੂੰ ਜੋ ਕੁਝ ਵੀ ਦਿੱਤਾ ਏ, ਮੈਂ ਹੱਸ ਕਰਕੇ ਆਪਣੀ ਝੋਲੀ ਦੇ ਵਿੱਚ ਪਵਾਇਆ, ਕਿਸੇ ਦੇ ਅੱਗੇ ਅਜੇ ਤੱਕ ਇਹ ਝੋਲੀ ਅੱਡੀ ਨਹੀਂ। ਪਰ ਪਟਵਾਰੀ ਜੀ, ਤੁਹਾਡੀ ਸਰਕਾਰੇ ਦਰਬਾਰੇ ਵੀ ਚੱਲਦੀ ਹੈ, ਤੁਹਾਡੇ ਘਰ ਦੇ ਵਿੱਚ ਹਰ ਇੱਕ ਪ੍ਰਕਾਰ ਦਾ ਸੁੱਖ ਮੌਜੂਦ ਹੈ, ਤੇ ਮੇਰੀ ਇਹ ਦਿਲੀ ਤਮੰਨਾ ਏ, ਜਦੋਂ ਖੁਦਾ ਦੀ ਰਹਿਮਤ ਤੁਹਾਡੇ ਘਰ ਦੇ ਵਿੱਚ ਵਰਸੇ, ਮੈਂ ਤੁਹਾਡੇ ਘਰ ਦੇ ਵਿੱਚੋਂ ਕੁਝ ਨਾ ਕੁਝ ਮੰਗ ਕੇ ਲਵਾਂ। ਇਹ ਮੇਰੀ ਦਿਲੀ ਤਮੰਨਾ ਏ, ਤੇ ਮੈਂ ਆਸ ਕਰਦੀ ਹਾਂ, ਮੈਂ ਜੋ ਕੁਝ ਵੀ ਮੰਗਾਂਗੀ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ। ਬਾਬਾ ਕਲਿਆਣ ਦਾਸ ਜੀ ਨੇ ਦੌਲਤਾਂ ਦੀ ਇਸ ਬੇਨਤੀ ਨੂੰ ਸੁਣਿਆ ਏ, ਧਰਵਾਸ ਦਿੱਤੀ ਹੈ। ਕਹਿਣ ਲੱਗੇ, ਦੌਲਤਾਂ ਕੋਈ ਗੱਲ ਨਹੀਂ, ਸਮਾਂ ਆਵੇਗਾ ਮੈਂ ਤੇਰੀ ਝੋਲੀ ਭਰ ਦੇਵਾਂਗਾ। ਸੱਚ ਕਰਕੇ ਜਾਣਿਓ, ਅੱਜ ਉਹ ਸਮਾਂ ਆਇਆ ਏ, ਦੌਲਤਾਂ ਆਪਣੇ ਘਰ ਤੋਂ ਤੁਰੀ ਹੈ। ਮਨ ਦੇ ਵਿੱਚ ਬੜੇ ਵਲਵਲੇ ਨੇ, ਬੜੀਆਂ ਇੱਛਾਵਾਂ ਨੇ ਕਿ ਆ ਵੀ ਮੰਗਾਂਗੀ, ਉਹ ਵੀ ਮੰਗਾਂਗੀ। ਬਾਬੇ ਕਲਿਆਣ ਦਾਸ ਜੀ ਦੇ ਘਰ ਦੇ ਵਿੱਚ ਕਮੀ ਕੋਈ ਨਹੀਂ। ਮੈਂ ਆਪਣੀ ਰਹਿੰਦੀ ਜ਼ਿੰਦਗੀ ਦੀ ਸਾਰੀ ਭੁੱਖ ਦੂਰ ਕਰ ਲਵਾਂਗੀ। ਨਾਲੇ ਤੁਰੀ ਜਾ ਰਹੀ ਹੈ ਤੇ ਨਾਲੇ ਮਨ ਦੇ ਵਿੱਚ ਵਿਚਾਰਾਂ ਕਰਦੀ ਪਈ ਹੈ। ਦਰਵਾਜ਼ਾ ਖੜਕਾਇਆ ਏ। ਬਾਬਾ ਕਲਿਆਣ ਦਾਸ ਜੀ ਨੇ ਦਰਵਾਜ਼ਾ ਖੋਲ੍ਹਿਆ ਏ, ਤੇ ਇਤਿਹਾਸ ਕਹਿੰਦਾ ਏ, ਦੌਲਤਾਂ ਉਸ ਕਮਰੇ ਦੇ ਵਿੱਚ ਗਈ ਹੈ ਜਿੱਥੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਸਨ। ਮਾਤਾ ਤ੍ਰਿਪਤਾ ਜੀ, ਅੰਮ੍ਰਿਤ ਵੇਲੇ ਦਾ ਸਮਾਂ ਏ ਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਏ। ਸਾਡਾ ਇਤਿਹਾਸ ਕਹਿੰਦਾ ਏ, ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦਾ ਨੂਰ ਇੰਨਾ ਕੁ ਜ਼ਿਆਦਾ ਸੀ, ਦੌਲਤਾਂ ਨੇ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ। ਇਹ ਗੁਰੂ ਨਾਨਕ ਸਾਹਿਬ ਜੀ ਦੀ ਹੋ ਗਈ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਕਈ ਘੜੀਆਂ ਬਤੀਤ ਹੋ ਗਈਆਂ ਨੇ, ਇਸ ਦੌਲਤਾਂ ਦਾ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਉੱਠਣ ਨੂੰ ਜੀ ਨਹੀਂ ਕਰਦਾ ਪਿਆ। ਇਹ ਵਾਰ-ਵਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਚੁੰਮਦੀ ਹੈ, ਕਦੀ ਹਜ਼ੂਰ ਦੇ ਹੱਥਾਂ ਨੂੰ ਚੁੰਮਦੀ ਹੈ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਜਦੋਂ ਹਜ਼ੂਰ ਦਾ ਆਗਮਨ ਹੋਇਆ ਏ ਤੇ ਮੇਰੇ ਗੁਰੂ ਨਾਨਕ ਸਾਹਿਬ ਰੋਏ ਨਹੀਂ। ਇੱਕ ਬੇਨਤੀ ਮੈਂ ਰੁਕ ਕੇ ਕਰਦਾ ਜਾਵਾਂ ਸਾਧ ਸੰਗਤ, ਜਿਹੜਾ ਜੰਮਦੇ ਸਮੇਂ ਰੋਂਦਾ ਏ ਨਾ, ਮੈਨੂੰ ਖਿਮਾ ਕਰਿਓ, ਉਹ ਸਾਰੀ ਉਮਰ ਹੀ ਰੋਂਦਾ ਰਹਿੰਦਾ ਏ। ਗੁਰੂ ਨਾਨਕ ਸਾਹਿਬ ਇਸ ਕਰਕੇ ਨਹੀਂ ਰੋਏ ਕਿਉਂਕਿ ਉਹ ਤੇ ਦੁਨੀਆ ਦੇ ਲੋਕਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਨ ਦੇ ਲਈ ਆਏ ਸਨ। ਜੇ ਮੇਰਾ ਗੁਰੂ ਨਾਨਕ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਇਆ, ਇੱਥੇ ਮੋਦੀ ਖਾਨੇ ਦੇ ਵਿੱਚੋਂ ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਜਾਂਦੇ ਸਨ, ਤੇ ਮੇਰੇ ਗੁਰੂ ਨਾਨਕ ਨੇ ਜਦੋਂ ਤੱਕੜੀ ਦੇ ਵਿੱਚ ਅਨਾਜ ਪਾ ਕੇ ਉਹਨਾਂ ਲੋਕਾਂ ਦੀ ਝੋਲੀ ਦੇ ਵਿੱਚ ਪਾਇਆ ਏ, ਜਿਨ੍ਹਾਂ ਦੇ ਚਿਹਰੇ ਤੇ ਹਮੇਸ਼ਾ ਨਿਰਾਸ਼ਤਾ ਰਹਿੰਦੀ ਸੀ, ਜਿਨ੍ਹਾਂ ਦੇ ਚਿਹਰੇ ਤੇ ਉਦਾਸੀ ਦਾ ਆਲਮ ਰਹਿੰਦਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ, ਮੇਰੇ ਦਾਤੇ ਦੇ ਕੋਲੋਂ ਆਪਣੀਆਂ ਝੋਲੀਆਂ ਭਰਨੀਆਂ, ਉਹ ਸਤਿਗੁਰਾਂ ਜੀ ਦਾ ਜਸ ਕਰਦੇ ਹੋਏ ਚਿਹਰੇ ਤੇ ਰੌਣਕਾਂ ਲੈ ਕੇ ਘਰਾਂ ਨੂੰ ਪਰਤਦੇ ਰਹੇ। ਗੁਰੂ ਨਾਨਕ ਸਾਹਿਬ ਇਸ ਕਰਕੇ ਨਹੀਂ ਰੋਏ ਕਿਉਂਕਿ ਉਹ ਇਸ ਸੰਸਾਰ ਦੇ ਵਿੱਚ ਖੁਸ਼ੀਆਂ ਵੰਡਣ ਦੇ ਲਈ ਆਏ ਸਨ। ਦੌਲਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਸਿਆਣੀ ਦਾਈ ਸੀ, ਬੇਚੈਨੀ ਦੇ ਵਿੱਚ ਇਹਨੇ ਆਪਣੇ ਆਲੇ ਦੁਆਲੇ ਨਜ਼ਰ ਮਾਰੀ ਹੈ। ਇੰਨੇ ਕੁ ਚਿਰ ਨੂੰ ਇੱਕ ਪਿਆਰ ਭਰੀ ਮੁਸਕਰਾਹਟ ਦੀ ਆਵਾਜ਼ ਦੌਲਤਾਂ ਦੇ ਕੰਨਾਂ ਦੇ ਵਿੱਚ ਪਈ ਹੈ।
ਦੌਲਤਾਂ ਨੇ ਆਪਣੇ ਮੁਖ ਨੂੰ ਘੁਮਾਇਆ ਏ, ਉਧਰ ਆਪਣਾ ਮੁਖ ਕੀਤਾ ਏ। ਜਿੱਧਰੋਂ ਆਵਾਜ਼ ਆਈ ਹੈ, ਕੀ ਵੇਖਦੀ ਹੈ? ਉਹ ਸੋਹਣੇ ਨੂਰ ਵਾਲਾ ਬਾਲਕ ਜਿਹਦਾ ਚਿਹਰਾ ਹਸੂ ਹਸੂ ਕਰਦਾ ਏ, ਉਹਦੇ ਚਿਹਰੇ ਦੇ ਵਿੱਚੋਂ ਨੂਰ ਡੁੱਲਦਾ ਪਿਆ ਏ, ਉਹਦੇ ਮੁਖ ਦੇ ਵਿੱਚੋਂ ਪਿਆਰ ਭਰੀ ਮੁਸਕਰਾਹਟ ਦੀ ਆਵਾਜ਼, ਜਿਨੇ ਉਸ ਕਮਰੇ ਦੇ ਵਿੱਚ ਮਹਿਕਾਂ ਖੁਲਾਰ ਦਿੱਤੀਆਂ। ਜਦੋਂ ਇਹ ਆਵਾਜ਼ ਦੌਲਤਾਂ ਦੇ ਕੰਨਾਂ ਦੇ ਵਿੱਚ ਪਈ ਹੈ, ਦੌਲਤਾਂ ਆਪਣੀ ਸੁੱਧ ਬੁੱਧ ਹੀ ਭੁੱਲ ਗਈ ਹੈ, ਬੇਚੈਨੀ ਖਤਮ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਇਹਨੇ ਆਪਣਾ ਸੀਸ ਝੁਕਾਇਆ ਏ। ਆਖਰ ਬਾਹਰ ਆ ਕੇ ਖਬਰ ਵੀ ਦੇਣੀ ਸੀ। ਦਰਵਾਜ਼ਾ ਖੋਲ੍ਹਿਆ, ਬਾਬਾ ਕਲਿਆਣ ਦਾਸ ਜੀ ਘਰ ਦੇ ਵਿਹੜੇ ਦੇ ਵਿੱਚ ਟਹਿਲਦੇ ਪਏ ਸਨ। ਕਹਿਣ ਲੱਗੀ, ਪਟਵਾਰੀ ਜੀ ਵਧਾਈ ਹੋਵੇ, ਤੁਹਾਡੇ ਘਰ ਦੇ ਵਿੱਚ ਲਾਲ ਪੈਦਾ ਹੋਇਆ ਏ। ਪੁੱਤਰ ਪੈਦਾ ਹੋਣ ਦੀ ਖੁਸ਼ੀ। ਬਾਬਾ ਕਲਿਆਣ ਦਾਸ ਜੀ ਅੰਦਰ ਗਏ ਨੇ। ਸਾਡਾ ਇਤਿਹਾਸ ਕਹਿੰਦਾ ਏ, ਕਹਿੰਦੇ ਇੱਕ ਥਾਲੀ ਲਿਆਂਦੀ ਹੈ, ਥਾਲੀ ਦੇ ਵਿੱਚ ਕੁਝ ਮਾਇਆ ਰੱਖੀ ਹੈ, ਕੁਝ ਗਹਿਣੇ ਰੱਖੇ ਨੇ। ਦੌਲਤਾਂ ਦੇ ਅੱਗੇ ਕਰਕੇ ਬਾਬਾ ਕਲਿਆਣ ਦਾਸ ਜੀ ਨੇ ਦੋ ਸ਼ਬਦ ਕਹੇ ਨੇ। ਕਹਿਣ ਲੱਗੇ, ਦੌਲਤਾਂ, ਆ ਕੁਝ ਦਰਸ਼ਨੀ ਭੇਟਾ ਏ, ਕੁਝ ਨਜ਼ਰਾਨਾ ਏ, ਇਹਨੂੰ ਆਪਣੀ ਝੋਲੀ ਦੇ ਵਿੱਚ ਪਵਾ ਲੈ। ਬਾਅਦ ਦੇ ਵਿੱਚ ਜੋ ਕੁਝ ਵੀ ਮੰਗੇਗੀ ਮੈਂ ਤੇਰੇ ਘਰ ਦੇ ਵਿੱਚ ਆਪ ਦੇ ਕੇ ਆਵਾਂਗਾ। ਪਰ ਸਾਧ ਸੰਗਤ, ਦੌਲਤਾਂ ਤੇ ਕਿਤੇ ਹੋਰ ਹੀ ਗਵਾਚੀ ਹੋਈ ਸੀ। ਦੌਲਤਾਂ ਦੀ ਨਜ਼ਰ ਉਸ ਕਮਰੇ ਦੇ ਦਰਵਾਜ਼ੇ ਤੇ ਟਿਕੀ ਹੋਈ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਹੈ। ਜਦੋਂ ਬਾਬਾ ਕਲਿਆਣ ਦਾਸ ਜੀ ਨੂੰ ਕੋਈ ਹੁੰਗਾਰਾ ਨਾ ਮਿਲਿਆ, ਜਵਾਬ ਨਾ ਮਿਲਿਆ, ਇਹਨੇ ਦੌਲਤਾਂ ਨੂੰ ਮੋਢੇ ਤੋਂ ਫੜ ਕੇ ਹਲੂਣਿਆ ਹੈ। ਕਹਿਣ ਲੱਗੇ, ਦੌਲਤਾਂ ਕਿੱਥੇ ਗਵਾਚੀ ਹੈ? ਜਦੋਂ ਆਈ ਸਾਂ ਤੇਰੇ ਮਨ ਦੇ ਵਿੱਚ ਬੜੀਆਂ ਇੱਛਾਵਾਂ ਸਨ, ਤੇਰੇ ਮਨ ਦੇ ਵਿੱਚ ਬੜੇ ਵਲਵਲੇ ਸਨ। ਆ ਕੁਝ ਨਜ਼ਰਾਨਾ, ਕੁਝ ਦਰਸ਼ਨੀ ਭੇਟਾ, ਇਹਨੂੰ ਆਪਣੀ ਝੋਲੀ ਦੇ ਵਿੱਚ ਪਵਾ ਲੈ। ਮੈਂ ਤੇਰੇ ਨਾਲ ਵਾਅਦਾ ਕਰਦਾ ਵਾਂ, ਬਾਅਦ ਦੇ ਵਿੱਚ ਜੋ ਕੁਝ ਵੀ ਮੰਗੇਗੀ ਮੈਂ ਤੇਰੇ ਘਰ ਦੇ ਵਿੱਚ ਆਪ ਦੇ ਕੇ ਆਵਾਂਗਾ। ਸਾਡਾ ਇਤਿਹਾਸ ਕਹਿੰਦਾ ਏ, ਦੌਲਤਾਂ ਨੇ ਆਪਣੀ ਚੁੱਪੀ ਨੂੰ ਤੋੜਿਆ ਏ ਤੇ ਬਾਬਾ ਕਲਿਆਣ ਦਾਸ ਜੀ ਦੇ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾ ਕੇ ਤਿੰਨ ਸ਼ਬਦ ਕਹੇ ਨੇ। ਕਹਿਣ ਲੱਗੇ, ਪਟਵਾਰੀ ਜੀ ਮਿਲ ਗਿਆ ਏ। ਪਹਿਲਾ ਸ਼ਬਦ ਕਹਿਣ ਲੱਗੀ, ਪਟਵਾਰੀ ਜੀ ਮਿਲ ਗਿਆ ਏ, ਸਭ ਕੁਝ ਮਿਲ ਗਿਆ ਏ। ਜਿਸ ਚੀਜ਼ ਦੀ ਤਮੰਨਾ ਹੀ ਨਹੀਂ ਸੀ ਉਹ ਵੀ ਅੱਜ ਮੈਨੂੰ ਮਿਲ ਗਈ ਹੈ। ਇਹ ਤਿੰਨ ਸ਼ਬਦ ਕਹੇ। ਕਹਿਣ ਲੱਗੀ, ਪਟਵਾਰੀ ਜੀ ਮਿਲ ਗਿਆ ਏ, ਸਭ ਕੁਝ ਮਿਲ ਗਿਆ ਏ। ਜਿਸ ਚੀਜ਼ ਦੀ ਮੈਨੂੰ ਤਮੰਨਾ ਹੀ ਨਹੀਂ ਸੀ ਉਹ ਚੀਜ਼ ਵੀ ਅੱਜ ਮੈਨੂੰ ਮਿਲ ਗਈ ਹੈ। ਜਦੋਂ ਇਹ ਸ਼ਬਦ ਬਾਬਾ ਕਲਿਆਣ ਦਾਸ ਜੀ ਨੇ ਸੁਣੇ, ਕਹਿਣ ਲੱਗੇ, ਦੌਲਤਾਂ ਮਖੌਲ ਕਰਦੀ ਪਈ ਹੈ, ਨਾ ਅਜੇ ਤੱਕ ਮੈਂ ਤੈਨੂੰ ਕੁਝ ਦਿੱਤਾ, ਨਾ ਤੂੰ ਮੇਰੇ ਕੋਲੋਂ ਲਿਆ, ਤੈਨੂੰ ਕਿੱਥੋਂ ਮਿਲ ਗਿਆ ਏ? ਤੈਨੂੰ ਕਿੱਥੋਂ ਮਿਲ ਗਿਆ ਏ? ਅਜੇ ਤੱਕ ਤੇ ਮੈਂ ਤੇਰੀ ਝੋਲੀ ਦੇ ਵਿੱਚ ਕੁਝ ਪਾਇਆ ਨਹੀਂ, ਤੂੰ ਮਖੌਲ ਕਰਦੀ ਪਈ ਹੈ। ਤੇ ਹੱਥ ਜੋੜ ਕੇ ਕਹਿਣ ਲੱਗੀ, ਪਟਵਾਰੀ ਜੀ ਸੱਚ ਕਰਕੇ ਜਾਣਿਓ, ਜਿਹੜੀ ਦੌਲਤ ਅੱਜ ਮੈਨੂੰ ਤੁਹਾਡੇ ਪੁੱਤਰ ਦੇ ਦਰਸ਼ਨ ਕਰਕੇ ਪ੍ਰਾਪਤ ਹੋਈ ਹੈ, ਦੁਨੀਆ ਦੇ ਲੋਕਾਂ ਨੇ ਮੈਨੂੰ ਸੰਸਾਰਿਕ ਦੌਲਤ ਦੇ ਨਾਲ ਰਜ਼ਾਉਣ ਦਾ ਯਤਨ ਕੀਤਾ, ਮੈਨੂੰ ਤ੍ਰਿਪਤ ਕਰਨ ਦਾ ਯਤਨ ਕੀਤਾ, ਮੇਰੀ ਭੁੱਖ ਮਿਟਾਉਣ ਦਾ ਯਤਨ ਕੀਤਾ, ਮੇਰੀ ਝੋਲੀ ਭਰਨ ਦਾ ਯਤਨ ਕੀਤਾ, ਪਰ ਅਜੇ ਤੱਕ ਮੇਰੀ ਤ੍ਰਿਪਤੀ ਕੋਈ ਨਹੀਂ ਹੋਈ। ਪਰ ਤੁਹਾਡੇ ਪੁੱਤਰ ਦੇ ਦਰਸ਼ਨਾਂ ਦੇ ਵਿੱਚ ਉਹ ਤਾਕਤ, ਉਹ ਸਮਰੱਥਾ, ਉਹ ਬਖਸ਼ਿਸ਼ ਹੈ ਜਿਸ ਦੇ ਦਰਸ਼ਨ ਕਰਕੇ ਅੱਜ ਮੇਰੀ ਭੁੱਖ ਖਤਮ ਹੋ ਗਈ ਹੈ। ਤੁਹਾਡੇ ਪੁੱਤਰ ਦੇ ਦਰਸ਼ਨਾਂ ਦੇ ਵਿੱਚ ਉਹ ਰਹਿਮਤ ਹੈ। ਦੁਨੀਆ ਦੇ ਲੋਕਾਂ ਨੇ ਯਤਨ ਕੀਤਾ ਪਰ ਮੈਂ ਰੱਜੀ ਨਹੀਂ, ਕੇਵਲ ਤੁਹਾਡੇ ਪੁੱਤਰ ਦੇ ਦਰਸ਼ਨ ਕੀਤੇ ਨੇ। ਤੁਹਾਡੇ ਪੁੱਤਰ ਦੇ ਦਰਸ਼ਨ ਕਰਕੇ ਮੈਂ ਤ੍ਰਿਪਤ ਹੋ ਗਈ ਹਾਂ। ਅੱਗੇ ਤੇ ਮੈਂ ਕੇਵਲ ਨਾਮ ਦੀ ਦੌਲਤਾ ਸਾਂ, ਤੁਹਾਡੇ ਪੁੱਤਰ ਦੇ ਦਰਸ਼ਨ ਕਰਕੇ ਮੈਂ ਸੱਚਮੁੱਚ ਦੌਲਤਾ ਬਣ ਗਈ ਹਾਂ। ਸਾਧ ਸੰਗਤ, ਇਹ ਪ੍ਰੇਮ ਦੀ ਵਾਰਤਾ ਏ। ਜਿਹੜਾ ਅੱਜ ਵੀ ਭਾਵਨਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਦਰਸ਼ਨ ਕਰਦਾ ਏ, ਗੁਰੂ ਬਾਬੇ ਦੀ ਬਾਣੀ ਦੇ ਨਾਲ ਪਿਆਰ ਕਰਦਾ ਏ। ਮੇਰਾ ਗੁਰੂ ਅਮਰਦਾਸ ਸਾਹਿਬ ਕਹਿੰਦਾ, ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਹਿੰਦੇ ਜਿਹੜੇ ਅੱਜ ਵੀ ਭਾਵਨਾ ਦੇ ਨਾਲ ਗੁਰੂ ਬਾਬੇ ਦੀ ਬਾਣੀ ਪੜ੍ਹਦੇ ਨੇ, ਗੁਰੂ ਬਾਬੇ ਦੇ ਬਾਣੀ ਦੇ ਨਾਲ ਜੁੜਦੇ ਨੇ, ਸਿਧਾਂਤ ਨੂੰ ਅਪਣਾਉਂਦੇ ਨੇ, ਮੇਰਾ ਗੁਰੂ ਨਾਨਕ ਕਿਰਪਾ ਕਰਕੇ ਉਹਨਾਂ ਦੀਆਂ ਭੁੱਖਾਂ ਖਤਮ ਕਰ ਦਿੰਦਾ ਹੈ। ਮੈਂ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ ਏ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਿਆ ਏ, ਸੁਲਤਾਨਪੁਰ ਲੋਧੀ ਦੀ ਇਹ ਮੁਬਾਰਕ ਧਰਤੀ ਹੈ। ਇੱਥੋਂ ਹੀ ਮੇਰੇ ਹਜ਼ੂਰ ਨੇ ਯਾਤਰਾਵਾਂ ਦੀ ਆਰੰਭਤਾ ਕੀਤੀ ਹੈ ਔਰ ਉਹਨਾਂ ਯਾਤਰਾਵਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤਾਰਿਆ ਏ ਜਿਨ੍ਹਾਂ ਦੇ ਮਨਾਂ ਦੇ ਵਿੱਚ ਹੰਕਾਰ ਸੀ ਕਿ ਸਾਡੇ ਤੋਂ ਵੱਡਾ ਇਸ ਦੁਨੀਆ ਦੇ ਵਿੱਚ ਦੂਸਰਾ ਕੋਈ ਹੈ ਹੀ ਨਹੀਂ। ਇਤਿਹਾਸ ਕਹਿੰਦਾ ਏ ਮੇਰਾ ਹਜ਼ੂਰ ਤੁਲੰਬੇ ਤੋਂ ਤੁਰਿਆ ਏ, ਸੱਜਣ ਦਾ ਨਿਸਤਾਰਾ ਕਰਕੇ ਅੱਗੇ ਜੈਸੌਰ ਦਾ ਇਲਾਕਾ ਆਇਆ ਏ ਔਰ ਉੱਥੇ ਇੱਕ ਸ਼ਾਹੂਕਾਰ ਵਸਦਾ ਏ ਜਿਹਦਾ ਇਤਿਹਾਸ ਦੇ ਨਾਮ ਭਾਈ ਭੂਮੀਆਂ ਕਰਕੇ ਲਿਖਿਆ ਏ। ਆਮ ਤੌਰ ਤੇ ਅਸੀਂ ਸ਼ਬਦ ਵਰਤਦੇ ਹਾਂ ਭੂਮੀਆਂ ਚੋਰ, ਇਹ ਸ਼ਾਹੂਕਾਰ ਸੀ। ਵੱਖਰੀ ਗੱਲ ਹੈ ਕਿ ਜਿਹੜਾ ਇਹਦਾ ਕਿੱਤਾ ਸੀ ਉਹ ਚੋਰੀ ਦਾ ਸੀ। ਰਾਤ ਦੇ ਸਮੇਂ ਲੋਕਾਂ ਦੇ ਘਰਾਂ ਦੇ ਵਿੱਚ ਡਾਕੇ ਮਾਰਨੇ, ਜੋ ਕੁਝ ਵੀ ਲੁੱਟ ਕੇ ਲਿਆਉਣਾ, ਸਵੇਰੇ ਉਹਦਾ ਲੰਗਰ ਲਾ ਦੇਣਾ। ਇਲਾਕੇ ਦੇ ਵਿੱਚ ਇਹਦੀ ਬੜੀ ਇੱਜ਼ਤ ਸੀ ਇਸ ਕੰਮ ਕਰਕੇ, ਕਿਉਂਕਿ ਸਾਧ ਸੰਗਤ ਰਾਤ ਦੇ ਸਮੇਂ ਕੋਈ ਦੇਖਦਾ ਨਹੀਂ ਸੀ ਇਹਦੀ ਕਿਰਤ ਕੀ ਹੈ। ਦਿਨ ਦੇ ਸਮੇਂ ਇਹਦੇ ਲੰਗਰ ਨੂੰ ਵੇਖ ਕੇ, ਇਹਦੇ ਪਰ ਉਪਕਾਰ ਨੂੰ ਵੇਖ ਕੇ ਦਾਨੇ ਲੋਕ ਵੀ ਇਹਨੂੰ ਸਿਜਦਾ ਕਰਨ ਦੇ ਲਈ ਆਇਆ ਕਰਦੇ ਸਨ। ਹਜ਼ੂਰ ਗੁਰੂ ਨਾਨਕ ਸਾਹਿਬ ਪਹੁੰਚੇ ਨੇ, ਇਹਨੂੰ ਪਤਾ ਲੱਗਾ ਏ, ਇਹ ਹਜ਼ੂਰ ਦੇ ਚਰਨਾਂ ਦੇ ਵਿੱਚ ਜਾ ਕੇ ਇਹਨੇ ਬੇਨਤੀ ਕੀਤੀ ਹੈ। ਕਹਿਣ ਲੱਗਾ ਦਾਤਾ ਜੀ ਕਿਰਪਾ ਕਰੋ, ਮੇਰੇ ਘਰ ਦੇ ਵਿੱਚ ਵੀ ਆਪਣੇ ਚਰਨ ਪਾਓ, ਮੈਂ ਪ੍ਰਸ਼ਾਦੇ ਪਾਣੀ ਦੇ ਨਾਲ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ। ਤੇ ਮੇਰੇ ਗੁਰੂ ਨਾਨਕ ਨੇ ਸਵਾਲ ਕੀਤਾ, ਕਹਿਣ ਲੱਗੇ ਭਾਈ ਤੇਰੀ ਕਿਰਤ ਕੀ ਹੈ? ਝੂਠ ਨਾ ਬੋਲ ਸਕਿਆ। ਕਹਿਣ ਲੱਗਾ ਜੀ ਮੈਂ ਰਾਤ ਦੇ ਸਮੇਂ ਲੋਕਾਂ ਦੇ ਘਰਾਂ ਦੇ ਵਿੱਚ ਡਾਕੇ ਮਾਰਦਾ, ਕਿਰਤ ਮੇਰੀ ਚੋਰੀ ਦੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੇਰੀ ਜਿਹੜੀ ਕਿਰਤ ਹੈ ਨਾ, ਇਹ ਪਰਮਾਤਮਾ ਨੂੰ ਭਾਉਂਦੀ ਨਹੀਂ। ਇਹਨੇ ਉਲਟੀ ਗੱਲ ਕਰ ਦਿੱਤੀ ਹੈ। ਕਹਿਣ ਲੱਗਾ ਦੇਖੋ ਜੀ ਜਿੱਥੇ ਮੈਂ ਚੋਰੀ ਕਰਦਾ ਏ ਉੱਥੇ ਮੈਂ ਨਾਲ ਦੀ ਨਾਲ ਪੁੰਨ ਦਾ ਕੰਮ ਵੀ ਕਰਦਾ ਵਾਂ, ਮੈਂ ਲੰਗਰ ਲਗਾਉਂਦਾ ਵਾਂ, ਲੋੜਵੰਦਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਉਂਦਾ ਵਾਂ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇੱਕ ਨੂੰ ਦੁੱਖ ਦੇ ਕੇ ਖੋਣਾ ਤੇ ਦੂਸਰੇ ਨੂੰ ਦੇ ਕੇ ਸੁੱਖ ਦੇਣਾ, ਕਹਿੰਦੇ ਇਹ ਰੱਬ ਦੇ ਘਰ ਦਾ ਅਸੂਲ ਨਹੀਂ ਹੈਗਾ। ਤੇਰੀ ਕਿਰਤ ਦੇ ਵਿੱਚ ਖੋਟ ਹੈ। ਜੇਕਰ ਤੂੰ ਕਿਰਤ ਧਰਮ ਦੇ ਮੁਤਾਬਿਕ ਕਰਨ ਲੱਗ ਪਵੇਂਗਾ ਤੇ ਤੇਰੇ ਨਾਲ ਅਸੀਂ ਚੱਲ ਸਕਾਂਗੇ। ਸਾਹਿਬ ਕਹਿਣ ਲੱਗੇ ਸਾਡਾ ਇੱਕ ਬਚਨ ਮੰਨ, ਚੋਰੀ ਨੂੰ ਤਿਆਗ ਦੇ। ਬੇਨਤੀ ਕੀਤੀ, ਕਹਿਣ ਲੱਗਾ ਸਤਿਗੁਰੂ ਹੱਡਾਂ ਦੇ ਵਿੱਚ ਰਚੀ ਹੋਈ ਇਹ ਛੱਡ ਨਹੀਂ ਹੋਣੀ। ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਠੀਕ ਹੈ, ਤਿੰਨ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਕਦੀ ਭੁੱਲੀ ਨਾ। ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਹੁਕਮ। ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਹਮੇਸ਼ਾ ਸੱਚ ਬੋਲਣਾ ਹੈ, ਲੂਣ ਖਾ ਕੇ ਹਰਾਮ ਨਹੀਂ ਕਰਨਾ, ਤੇ ਅਨਿਆਂ ਹੁੰਦਾ ਹੋਵੇ ਉਹਨੂੰ ਵੇਖ ਕੇ ਬਰਦਾਸ਼ਤ ਨਾ ਕਰੀ। ਤਿੰਨ ਗੱਲਾਂ ਕਹੀਆਂ। ਜ਼ਿੰਦਗੀ ਦੇ ਵਿੱਚ ਸੱਚ ਬੋਲਣਾ ਹੈ, ਲੂਣ ਖਾ ਕੇ ਹਰਾਮ ਨਹੀਂ ਕਰਨਾ, ਤੇ ਅਨਿਆਂ ਹੁੰਦਾ ਵੇਖ ਕੇ ਬਰਦਾਸ਼ਤ ਨਾ ਕਰੀ। ਤਿੰਨਾਂ ਗੱਲਾਂ ਨੂੰ ਉਸ ਭੂਮੀਏ ਨੇ ਸੁਣਿਆ ਏ। 7 ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਏ ਤੇ ਆਪਣੇ ਘਰ ਨੂੰ ਪਰਤ ਆਇਆ ਏ। ਕਹਿੰਦੇ ਕੁਝ ਕੁ ਦਿਨ ਬਤੀਤ ਹੋਏ ਨੇ, ਜਿੰਨਾ ਕੁ ਰਾਸ਼ਨ ਪਾਣੀ ਇਸ ਭੂਮੀਏ ਦੇ ਘਰ ਦੇ ਵਿੱਚ ਸੀ ਸਾਰਾ ਖਤਮ ਹੋਣ ਦੀ ਕਗਾਰ ਤੇ ਆ ਗਿਆ ਏ। ਮੰਜੇ ਤੇ ਬੈਠਾ ਵਿਚਾਰਾਂ ਕਰਦਾ ਏ ਕਿ ਹੁਣ ਕੀ ਕੀਤਾ ਜਾਵੇ। ਨਿੱਕੀ ਚੋਰੀ ਕਰਾਂਗਾ ਤੇ ਹੋ ਸਕਦਾ ਏ 1-2 ਦਿਨ ਲੰਘਣ, ਕਿਉਂ ਨਾ ਰਾਜੇ ਦੇ ਮਹਿਲਾਂ ਦੇ ਵਿੱਚ ਖਜ਼ਾਨੇ ਦੇ ਉੱਪਰ ਧਾਵਾ ਬੋਲਿਆ ਜਾਵੇ, ਖਜ਼ਾਨੇ ਦੇ ਵਿੱਚੋਂ ਚੋਰੀ ਕੀਤੀ ਜਾਵੇ, ਕੋਈ 5-7 ਦਿਨ ਸੌਖੇ ਲੰਘ ਜਾਣਗੇ। ਸ਼ਾਮ ਦੇ ਸਮੇਂ ਇਹਨੇ ਆਪਣਾ ਪਹਿਰਾਵਾ ਬਣਾਇਆ ਏ,
ਸਰੀਰ ਦੇ ਉੱਪਰ ਸੁੰਦਰ ਪੁਸ਼ਾਕਾਂ ਪਹਿਨਿਆ ਹੋਇਆ ਏ, ਘੋੜੇ ਤੇ ਸਵਾਰ ਹੋਇਆ ਏ ਤੇ ਚੋਰੀ ਕਰਨ ਦੇ ਲਈ ਰਾਜੇ ਦੇ ਮਹਿਲਾਂ ਵੱਲ ਨੂੰ ਹੋ ਤੁਰਿਆ ਏ। ਦਰਵਾਜ਼ੇ ਦੇ ਉੱਪਰ ਦੋ ਪਹਿਰੇਦਾਰ ਖਲੋਤੇ ਹੋਏ ਨੇ। ਜਦੋਂ ਪਹਿਰੇਦਾਰਾਂ ਨੇ ਘੋੜਿਆਂ ਦੇ ਟਾਪਾਂ ਦੀ ਆਵਾਜ਼ ਕੰਨਾਂ ਦੇ ਨਾਲ ਸੁਣੀ ਹੈ, ਦੋਨੇ ਸੁਚੇਤ ਹੋ ਗਏ ਨੇ। ਉਸ ਦਿਸ਼ਾ ਦੇ ਵੱਲ ਵੇਖਿਆ ਜਿੱਧਰੋਂ ਆਵਾਜ਼ ਆ ਰਹੀ ਹੈ। ਕੀ ਵੇਖਦੇ ਨੇ ਕਿ ਇੱਕ ਮਨੁੱਖ ਘੋੜੇ ਦੀ ਸਵਾਰੀ ਕਰਕੇ ਆ ਰਿਹਾ ਹੈ, ਜਿਹਦੇ ਸਰੀਰ ਦੇ ਉੱਪਰ ਬੜਾ ਸੋਹਣਾ ਪੁਸ਼ਾਕਾ ਏ, ਬੜਾ ਸੋਹਣਾ ਲਿਬਾਸ ਧਾਰਿਆ ਹੋਇਆ ਏ। ਦੋਨੇ ਆਪਸ ਦੇ ਵਿੱਚ ਗੱਲਾਂ ਕਰਦੇ ਪਏ ਨੇ। ਇੱਕ ਦੂਸਰੇ ਨੂੰ ਕਹਿ ਰਹੇ ਨੇ ਕਿ ਇਉਂ ਲੱਗਦਾ ਏ ਇਹ ਕੋਈ ਰਾਜੇ ਦਾ ਨਜ਼ਦੀਕੀ ਹੈ, ਰਾਜੇ ਨੂੰ ਮਿਲਣ ਦੇ ਲਈ ਆਇਆ ਹੋਇਆ ਏ। ਦੂਸਰਾ ਕਹਿ ਰਿਹਾ ਮੈਨੂੰ ਤਾਂ ਇਉਂ ਲੱਗਦਾ ਏ ਕਿ ਕੋਈ ਰਾਹਗੀਰ ਹੈ, ਜਿਹੜਾ ਰਾਹ ਭੁੱਲ ਗਿਆ ਏ ਤਾਂ ਗਲਤ ਰਸਤੇ ਤੇ ਪੈਣ ਕਰਕੇ ਇਹ ਸਾਡੇ ਵੱਲ ਵੱਧਦਾ ਪਿਆ ਏ। ਇੰਨੇ ਕੁ ਚਿਰ ਨੂੰ ਭੂਮੀਆਂ ਨਜ਼ਦੀਕ ਪਹੁੰਚਿਆ ਏ, ਘੋੜੇ ਤੋਂ ਉਤਰਿਆ ਏ, ਘੋੜਾ ਕਿੱਲੇ ਦੇ ਨਾਲ ਇਹਨੇ ਬੰਨ੍ਹ ਲਿਆ ਏ ਤੇ ਆਪ ਉਹਨਾਂ ਦੋਨਾਂ ਪਹਿਰੇਦਾਰਾਂ ਦੇ ਵੱਲ ਪੈਦਲ ਹੋ ਤੁਰਿਆ ਏ। ਇਹਨਾਂ ਦੋਨਾਂ ਪਹਿਰੇਦਾਰਾਂ ਨੇ ਸੁਚੇਤ ਹੋ ਕੇ ਇੱਕ ਸਵਾਲ ਕੀਤਾ ਏ। ਕਹਿਣ ਲੱਗੇ ਤੂੰ ਕੌਣ ਹੈ ਤੇ ਕੀ ਲੈਣ ਦੇ ਲਈ ਇੱਥੇ ਆਇਆ ਏ, ਤੇਰਾ ਇਰਾਦਾ ਕੀ ਹੈ? ਜਵਾਬ ਦੇਣ ਲੱਗਾ ਏ। ਗੁਰੂ ਨਾਨਕ ਸਾਹਿਬ ਜੀ ਦਾ ਕਹਿਆ ਹੋਇਆ ਪਹਿਲਾ ਬਚਨ ਉਹਨੂੰ ਯਾਦ ਆ ਗਿਆ ਏ ਕਿ ਭੂਮੀਆਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੱਚ ਬੋਲਣਾ ਏ, ਜ਼ਿੰਦਗੀ ਦੇ ਵਿੱਚ ਝੂਠ ਨਾ ਬੋਲੀ, ਹਮੇਸ਼ਾ ਸੱਚ ਬੋਲਣਾ ਏ। ਤੇ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਹੋਏ ਬਚਨ ਨੂੰ ਭੂਮੀਏ ਨੇ ਯਾਦ ਕੀਤਾ ਏ ਤੇ ਚੋਰਾਂ ਨੂੰ ਕਹਿਣ ਲੱਗਾ, ਉਹਨਾਂ ਪਹਿਰੇਦਾਰਾਂ ਨੂੰ ਕਹਿਣ ਲੱਗਾ ਏ ਕਿ ਮੈਂ ਚੋਰ ਹਾਂ, ਚੋਰੀ ਕਰਨ ਦੇ ਲਈ ਰਾਜੇ ਦੇ ਮਹਿਲਾਂ ਦੇ ਵਿੱਚ ਆਇਆ। ਇੱਕ ਬੇਨਤੀ ਮੈਂ ਰੋਕ ਕੇ ਕਰ ਜਾਵਾਂ, ਸਾਧ ਸੰਗਤ ਇਤਿਹਾਸ ਨੂੰ ਪੜ੍ਹੀਏ ਤੇ ਇੱਕ ਮੁਲਾਕਾਤ ਦਾ ਜ਼ਿਕਰ ਆਉਂਦਾ ਏ ਗੁਰੂ ਨਾਨਕ ਸਾਹਿਬ ਜੀ ਦਾ ਤੇ ਭੂਮੀਏ ਦਾ। ਔਰ ਇੱਕ ਮੁਲਾਕਾਤ ਦੇ ਵਿੱਚ ਮੇਰੇ ਹਜ਼ੂਰ ਨੇ ਹੁਕਮ ਕੀਤਾ ਤੇ ਭੂਮੀਏ ਨੇ ਸਾਰੀ ਉਮਰ ਉਸ ਹੁਕਮ ਨੂੰ ਕਮਾਇਆ। ਕੇਵਲ ਵਿਚਾਰ ਕਰਨੀ ਹੈ, ਸਵੈ ਪੜਚੋਲ ਕਰਨੀ ਹੈ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਆਏ ਹਾਂ। ਗੁਰੂ ਬਾਬੇ ਦੀ ਬਾਣੀ ਨੂੰ ਅਸੀਂ ਰੋਜ਼ਾਨਾ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਤੇ ਬਾਬੇ ਦੀ ਬਾਣੀ ਕਹਿੰਦੀ ਹੈ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬਾਬੇ ਦੀ ਬਾਣੀ ਕਹਿੰਦੀ ਹੈ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਬੜੀ ਵਾਰ ਅਸੀਂ ਸੁਣਿਆ, ਬੜੀ ਵਾਰ ਅਸੀਂ ਪੜ੍ਹਿਆ, ਮੈਨੂੰ ਮਾਫ ਕਰਿਓ, ਅਸੀਂ ਅਮਲ ਕਰਨ ਤੋਂ ਗੁਰੇਜ਼ ਕਰ ਗਏ। ਸਾਡੀ ਤੇ ਸ਼ੁਰੂਆਤ ਹੀ ਝੂਠ ਤੋਂ ਹੁੰਦੀ ਹੈ। ਕਈ ਵਾਰ ਜੇ ਝੂਠ ਨਾ ਬੋਲਿਆ ਜਾਵੇ ਤੇ ਮੈਨੂੰ ਮਾਫ ਕਰਿਓ ਸਾਨੂੰ ਰੋਟੀ ਹਜ਼ਮ ਨਹੀਂ ਜੇ ਹੁੰਦੀ। ਇਹ ਸੱਚ ਹੈ। ਕਹਿੰਦੇ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਹਾਂ, ਪਰ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਅਸੀਂ ਯਤਨ ਨਹੀਂ ਕੀਤਾ ਹੋਵੇਗਾ। ਭੂਮੀਏ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੱਚ ਬੋਲਣਾ। ਪਹਿਰੇਦਾਰ ਕਹਿੰਦੇ ਤੁਸੀਂ ਕੌਣ ਹੋ ਤੇ ਕਿੱਥੇ ਚੱਲੇ ਹੋ? ਤੇ ਹੱਥ ਜੋੜ ਕੇ ਕਹਿਣ ਲੱਗਾ ਮੈਂ ਚੋਰ ਹਾਂ ਤੇ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਇਆ ਵਾਂ। ਦੋਵੇਂ ਮੁਸਕਰਾ ਪਏ, ਕਹਿਣ ਲੱਗੇ ਕਿਉਂ ਮਖੌਲ ਕਰਦੇ ਹੋ? ਤੁਹਾਡਾ ਪਹਿਰਾਵਾ, ਤੁਹਾਡੀ ਸਵਾਰੀ ਚੋਰਾਂ ਵਾਲੀ ਤੇ ਨਜ਼ਰ ਆਉਂਦੀ ਨਹੀਂ। ਸਾਨੂੰ ਤੇ ਇਉਂ ਲੱਗਦਾ ਏ ਤੁਸੀਂ ਰਾਜੇ ਤੇ ਬਹੁਤ ਜ਼ਿਆਦਾ ਨਜ਼ਦੀਕੀ ਹੋ, ਬਹੁਤ ਜ਼ਿਆਦਾ ਖਾਸਮ ਖਾਸ ਮਿੱਤਰ ਹੋ, ਰਾਜੇ ਨੂੰ ਮਿਲਣ ਦੇ ਲਈ ਆਏ ਹੋ। ਤੁਸੀਂ ਜਿੱਥੇ ਜਾਣਾ ਚਲੇ ਜਾਓ, ਤੁਹਾਨੂੰ ਰੋਕੇਗਾ ਨਹੀਂ, ਕੋਈ ਨਹੀਂ ਰੋਕੇਗਾ। ਭੂਮੀਆ ਪਹੁੰਚਿਆ ਉਸ ਕਮਰੇ ਦੇ ਵਿੱਚ ਜਿੱਥੇ ਰਾਜੇ ਦਾ ਖਜ਼ਾਨਾ ਪਿਆ ਹੋਇਆ ਸੀ। ਇਹਨੇ ਲੋੜ ਮੁਤਾਬਿਕ 2-4 ਪੰਡਾ ਗਹਿਣਿਆਂ ਦੀਆਂ ਬੰਨੀਆਂ ਨੇ, ਆਪਣੇ ਸਿਰ ਤੇ ਰੱਖੀਆਂ ਤੇ ਤੁਰਨ ਲੱਗਾ ਏ। ਇੰਨੇ ਕੁ ਚਿਰ ਨੂੰ ਮਨ ਦੇ ਵਿੱਚ ਫੁਰਨਾ ਫੁਰਿਆ ਏ। ਰਾਤ ਦਾ ਸਮਾਂ ਏ, ਭੁੱਖ ਵੀ ਲੱਗੀ ਹੋਈ ਹੈ। 36 ਪ੍ਰਕਾਰ ਦੇ ਪਦਾਰਥ ਰਾਜੇ ਦੇ ਮਹਿਲਾਂ ਦੇ ਵਿੱਚ ਬਣੇ ਹੋਣਗੇ, ਕਿਉਂ ਨਾ ਕੁਝ ਖਾ ਲਿਆ ਜਾਵੇ। ਇਹ ਫੁਰਨਾ ਧਾਰ ਕੇ ਭੂਮੀਏ ਨੇ ਖੱਬੇ ਸੱਜੇ ਹੱਥ ਮਾਰਿਆ ਏ। ਇਤਿਹਾਸ ਕਹਿੰਦਾ ਏ ਕਿ ਭੂਮੀਏ ਦਾ ਹੱਥ ਇੱਕ ਡੱਬੇ ਦੇ ਵਿੱਚ ਪਿਆ ਏ। ਉਸ ਡੱਬੇ ਦੇ ਵਿੱਚੋਂ ਇੱਕ ਪਦਾਰਥ ਇਹਦੀਆਂ ਉਂਗਲਾਂ ਨੂੰ ਲੱਗਾ ਏ
ਇਹਨੇ ਖਾਣ ਦੇ ਲਈ ਆਪਣੇ ਮੁਖ ਦੇ ਵਿੱਚ ਪਾਇਆ ਏ। ਜਦੋਂ ਉਸ ਪਦਾਰਥ ਨੂੰ ਚਖਿਆ ਏ, ਇਹਨੂੰ ਲੱਗਾ ਏ ਕਿ ਮੈਂ ਰਾਜੇ ਦਾ ਲੂਣ ਖਾ ਆਰਾਮ ਕਰਨ ਦੇ ਬਰਾਬਰ ਹੈ। ਗੁਰੂ ਕਿਉ ਸਿੱਖੋ, ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਸੀਂ ਬੜਾ ਕੁਝ ਖਾਂਦੇ ਪਏ ਹਾਂ, ਪਹਿਨਦੇ ਪਏ ਹਾਂ, ਭੋਗਦੇ ਪਏ ਹਾਂ, ਪਰ ਮੈਨੂੰ ਖਿਮਾ ਕਰਿਓ, ਗੁਰੂ ਨਾਨਕ ਦੇ ਘਰ ਨੂੰ ਉਲਾਮੇ ਦੇਣ ਤੋਂ ਅਸੀਂ ਅੱਜ ਵੀ ਗੁਰੇਜ਼ ਨਹੀਂ ਜੇ ਕਰਦੇ। ਸਾਡੇ ਜਿਹੜੇ ਉਲਾਮੇ ਹੁੰਦੇ ਨੇ ਇਹ ਵੀ ਸੰਸਾਰਿਕ ਹੁੰਦੇ ਨੇ। ਮੇਰੀ ਗਵਾਂਢੀ ਦੀ ਕੋਠੀ ਵੱਡੀ ਹੈ, ਮੇਰੀ ਨਿੱਕੀ ਕਿਉਂ? ਮੇਰੇ ਗਵਾਂਢੀ ਦੇ ਕੋਲ ਕਾਰ ਵੱਡੀ ਹੈ, ਮੇਰੇ ਕੋਲ ਛੋਟੀ ਕਿਉਂ? ਮੇਰਾ ਬੈਂਕ ਬੈਲੈਂਸ ਥੋੜਾ ਏ, ਮੇਰੇ ਗਵਾਂਢੀ ਦਾ ਬੈਂਕ ਬੈਲੈਂਸ ਵੱਡਾ ਕਿਉਂ? ਮਸਕੀਨ ਜੀ ਕਿਆ ਕਰਦੇ ਸਨ? ਗੁਰੂ ਕਿਉ ਸਿੱਖੋ, ਇਹਨਾਂ ਚੀਜ਼ਾਂ ਦੇ ਮਗਰ, ਇਹਨਾਂ ਚੀਜ਼ਾਂ ਦੇ ਵੱਲ ਵੇਖ ਕੇ ਰੱਬ ਨੂੰ ਕਦੀ ਉਲਾਮਾ ਨਾ ਦਿਓ। ਉਹ ਕਹਿੰਦੇ ਸਨ ਜਦੋਂ ਸਵੇਰੇ ਉੱਠਦਾ ਏ, ਉੱਠ ਕੇ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਸਰੀਰ ਨੂੰ ਵੇਖਿਆ ਕਰ। ਜਿਹੜੀਆਂ ਬਖਸ਼ਾਂ ਉਸ ਰੱਬ ਪਰਮਾਤਮਾ ਨੇ ਤੇਰੇ ਉੱਪਰ ਕੀਤੀਆਂ ਨੇ, 84 ਲੱਖ ਜੂਨਾਂ ਦੇ ਵਿੱਚੋਂ ਇੱਕ ਵੀ ਜੂਨ ਇਦਾਂ ਦੀ ਨਹੀਂ ਜਿਸ ਜੂਨ ਨੂੰ ਉਹਨੇ ਤੇਰੇ ਬਰਾਬਰ ਬਣਾਇਆ ਹੋਵੇ। ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ। ਸ਼ੇਖ ਸਾਧੀ ਨਮਾਜ਼ ਕਰਨ ਦੇ ਲਈ ਮਸੀਤ ਦੇ ਵੱਲ ਤੁਰਿਆ ਜਾ ਰਿਹਾ ਹੈ। ਗਰਮੀ ਦਾ ਮੌਸਮ ਹੈ, ਪੈਰਾਂ ਦੇ ਵਿੱਚ ਉਹਨੇ ਜੋੜਾ ਨਹੀਂ ਪਾਇਆ, ਉੱਪਰੋਂ ਵੀ ਅੱਗ ਵਰਦੀ ਪਈ ਹੈ ਔਰ ਧੁੱਪ ਦੇ ਨਾਲ ਜ਼ਮੀਨ ਵੀ ਤਪੀ ਹੋਈ ਹੈ। ਇਹ ਤੁਰਿਆ ਜਾ ਰਿਹਾ ਹੈ, ਨਾਲੇ ਖੁਦਾ ਨੂੰ ਉਲਾਮੇ ਦਿੰਦਾ ਜਾ ਰਿਹਾ ਹੈ ਕਿ ਐ ਖੁਦਾ, ਮੈਂ 5 ਵਕਤ ਦਾ ਤੇਰਾ ਨਮਾਜ਼ੀ ਹਾਂ, ਮੇਰੇ ਪੈਰਾਂ ਦੇ ਵਿੱਚ ਜੋੜਾ ਤੱਕ ਨਹੀਂ। ਮੈਂ ਆਪਣੇ ਆਲੇ ਦੁਆਲੇ ਇਦਾਂ ਦੇ ਲੋਕ ਵੇਖਦਾ ਵਾਂ ਜਿਹੜੇ ਨਮਾਜ਼ ਤੇ ਬੜੀ ਦੂਰ ਦੀ ਗੱਲ ਹੈ, ਕਦੀ ਮਸੀਤ ਦੇ ਲਾਗੋਂ ਨਹੀਂ ਗੁਜ਼ਰੇ। ਉਹਨਾਂ ਦੇ ਕੋਲ 36 ਪ੍ਰਕਾਰ ਦੇ ਭੋਜਨ, ਤਨ ਦੇ ਉੱਪਰ ਪਹਿਨਣ ਦੇ ਲਈ ਰੇਸ਼ਮੀ ਵਸਤਰ, ਹਰ ਇੱਕ ਪ੍ਰਕਾਰ ਦੀ ਸੁੱਖ ਸਹੂਲਤ ਉਹਨਾਂ ਦੇ ਕੋਲ ਹੈ। ਮੇਰੇ ਨਾਲ ਵਿਤਕਰਾ ਕਿਉਂ? ਨਾਲੇ ਤੁਰਿਆ ਜਾ ਰਿਹਾ ਹੈ, ਨਾਲੇ ਖੁਦਾ ਨੂੰ ਉਲਾਮੇ ਦਿੰਦਾ ਜਾ ਰਿਹਾ ਹੈ। ਇੰਨੇ ਕੁ ਚਿਰ ਨੂੰ ਮਸੀਤ ਦੇ ਕੋਲ ਪਹੁੰਚਿਆ ਹੈ, ਮਸੀਤ ਨੂੰ ਸਿਜਦਾ ਕੀਤਾ ਹੈ। ਸਿਜਦਾ ਕਰਕੇ ਇਹਨੇ ਆਪਣੇ ਸਿਰ ਨੂੰ ਜਦੋਂ ਉਤਾਂਹ ਚੁੱਕਿਆ ਹੈ, ਕੀ ਵੇਖਦਾ ਏ ਕਿ ਅੱਗੇ ਇੱਕ ਮਨੁੱਖ ਜ਼ਮੀਨ ਦੇ ਉੱਪਰ ਬੈਠਾ ਹੋਇਆ ਹੈ। ਉਹਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਲਫ਼ਜ਼ਾਂ ਨੂੰ ਸ਼ੇਖ ਸਾਧੀ ਨੇ ਸੁਣਿਆ ਏ। ਉਹ ਹੱਥ ਜੋੜ ਕੇ ਕਹਿ ਰਿਹਾ ਸੀ, ਐ ਖੁਦਾ, ਤੇਰਾ ਸ਼ੁਕਰ ਹੈ, ਤੂੰ ਮੈਨੂੰ ਸਹੀ ਟਾਈਮ ਤੇ ਨਮਾਜ਼ ਕਰਨ ਦੇ ਲਈ ਆਪਣੇ ਕੋਲ ਬੁਲਾ ਲਿਆ। ਜਦੋਂ ਇਹ ਸ਼ਬਦ ਸ਼ੇਖ ਸਾਧੀ ਦੇ ਕੰਨਾਂ ਦੇ ਵਿੱਚ ਪਏ ਨੇ, ਹੱਥ ਜੋੜ ਕੇ ਖੁਦਾ ਦੇ ਵੱਲ ਆਪਣਾ ਮੂੰਹ ਤਾਂ ਕਰਕੇ ਕਹਿਣ ਲੱਗਾ, ਐ ਖੁਦਾ, ਮੇਰੇ ਤੋਂ ਵੱਡਾ ਅਕਿਰਤ ਘਣ, ਮੇਰੇ ਤੋਂ ਵੱਡਾ ਨਾ ਸ਼ੁਕਰਾ ਪ੍ਰਾਣੀ ਇਸ ਸੰਸਾਰ ਦੇ ਵਿੱਚ ਦੂਸਰਾ ਕੋਈ ਹੈ ਹੀ ਨਹੀਂ। ਮੇਰੇ ਪੈਰਾਂ ਦੇ ਵਿੱਚ ਜੋੜਾ ਨਹੀਂ, ਮੈਂ ਤਾਂ ਤੈਨੂੰ ਉਲਾਮੇ ਦਿੰਦਾ ਪਿਆ ਵਾਂ। ਉਹ ਜਿਹੜਾ ਮੇਰੇ ਸਾਹਮਣੇ ਖਲੋਤਾ ਹੈ, ਜੋੜਾ ਤੇ ਬੜੀ ਦੂਰ ਦੀ ਗੱਲ ਹੈ, ਉਹਦੇ ਤੇ ਪੈਰ ਹੀ ਨਹੀਂ ਹੈਗੇ, ਉਹ ਤਾਂ ਵੀ ਤੇਰਾ ਸ਼ੁਕਰ ਕਰਦਾ ਪਿਆ ਹੈ। ਸਾਧ ਸੰਗਤ, ਸਾਡੀ ਹਾਲਤ ਇਹ ਹੈ, ਰੱਬ ਨੇ ਸਾਨੂੰ ਸਭ ਕੁਝ ਦਿੱਤਾ ਹੈ। ਬਾਬੇ ਦੀ ਬਾਣੀ ਨੂੰ ਪੜ੍ਹੀਏ ਜਰਾ। ਮਹਾਰਾਜ ਕਹਿੰਦੇ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਬਾਬੇ ਦੀ ਬਾਣੀ ਕਹਿੰਦੀ ਹੈ, ਜੀਓ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜਿਹਵਾ ਬੋਲੇ, ਕੰਨੀ ਸੁਰਤ ਸਮਾਏ। ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਸਾਧ ਸੰਗਤ, ਇਹ ਗੁਰੂ ਨਾਨਕ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੇ।
ਜਿਹੜੇ ਇਸ ਸੰਸਾਰ ਦੇ ਵਿੱਚ ਰਹਿ ਕੇ ਅਸੀਂ ਮੰਨਦੇ ਪਏ ਆ। ਮਹਾਰਾਜ ਕਹਿੰਦੇ ਭਲਿਆ ਐਵੇਂ ਨਿੱਕੀ ਨਿੱਕੀ ਗੱਲ ਤੇ ਰੱਬ ਨੂੰ ਉਲਾਮੇ ਨਾ ਦੇਣ ਲੱਗ ਜਾਇਆ ਕਰ। ਸ਼ੁਕਰ ਕਰਿਆ ਕਰ, ਇੰਨਾ ਸੋਹਣਾ ਸਰੀਰ ਤੈਨੂੰ ਦਿੱਤਾ ਏ। ਵਿਗਿਆਨ ਕਹਿੰਦੀ ਹੈ ਕਿ ਮਾਤਾ ਦੇ ਗਰਭ ਦੇ ਵਿੱਚ ਲੱਖਾਂ ਸੈੱਲ ਹੁੰਦੇ ਨੇ, ਔਰ ਉਹਨਾਂ ਲੱਖਾਂ ਸੈੱਲਾਂ ਦੇ ਵਿੱਚੋਂ ਇੱਕ ਸੈੱਲ ਇੱਦਾਂ ਦਾ ਹੁੰਦਾ ਏ ਜਿਹਨੂੰ ਇਹ ਮਨੁੱਖੀ ਜਾਮਾ ਮਿਲਦਾ ਏ। ਸ਼ੁਕਰ ਕਰਿਆ ਕਰ ਕਿ ਰੱਬ ਨੇ ਉਹਨਾਂ ਲੱਖਾਂ ਦੇ ਵਿੱਚੋਂ ਤੈਨੂੰ ਚੁਣਿਆ। ਇੱਥੇ ਹੀ ਬਸ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਆਲੇ ਦੁਆਲੇ ਸਮਾਜ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਅਸੀਂ ਸੁਣਦੇ ਤੇ ਵੇਖਦੇ ਹਾਂ। ਕਈ ਵਾਰ ਬੱਚਾ ਅਜੇ ਇਸ ਸੰਸਾਰ ਦੇ ਵਿੱਚ ਆਇਆ ਨਹੀਂ, ਮਾਤਾ ਦੇ ਗਰਭ ਦੇ ਵਿੱਚ ਹੀ ਅਕਾਲ ਚਲਾਣਾ ਕਰ ਜਾਂਦਾ ਏ। ਸ਼ੁਕਰ ਕਰਿਆ ਕਰ ਉਸ ਪਰਮਾਤਮਾ ਦਾ, ਲੱਖਾਂ ਦੇ ਵਿੱਚੋਂ ਤੈਨੂੰ ਚੁਣਿਆ। ਚੁਣਨ ਤੋਂ ਬਾਅਦ ਤੇਰੀ ਰੱਖਿਆ ਕੀਤੀ, ਰੱਖਿਆ ਕਰਨ ਤੋਂ ਬਾਅਦ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ। ਤੇ ਕੇਵਲ ਭੇਜਿਆ ਨਹੀਂ, ਤੈਨੂੰ ਹਰ ਇੱਕ ਪ੍ਰਕਾਰ ਦੀ ਸੁੱਖ ਸਹੂਲਤ ਦੇ ਕੇ ਨਿਵਾਜਿਆ। ਗੁਰੂ ਕਿਆ ਸਿੱਖਾ, ਸਵਾਸ ਸਵਾਸ ਵੀ ਜੇ ਤੂੰ ਗੁਰੂ ਨਾਨਕ ਦੇ ਘਰ ਦਾ ਸ਼ੁਕਰਾਨਾ ਕਰੇਗਾ ਤੇ ਉਹ ਵੀ ਘੱਟ ਹੈ। ਲੂਣ ਖਾ ਕੇ ਅਕਿਰਤ ਕਣ ਨਾ ਬਣ। ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਨੂੰ ਖਾਂਦਾ ਵੀ ਪਿਆ ਏ, ਮੰਨਦਾ ਵੀ ਪਿਆ ਏ, ਭੋਗਦਾ ਵੀ ਪਿਆ ਏ, ਤਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਉਲਾਮਾ ਇਹ ਸਾਧ ਸੰਗਤ ਲੂਣ ਖਾ ਕੇ ਹਰਾਮ ਕਰਨ ਵਾਲੀ ਗੱਲ ਬਣ ਜਾਂਦੀ ਹੈ। ਖੈਰ, ਭੂਮੀਏ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੂੰ ਯਾਦ ਕੀਤਾ ਏ। ਸਿਰ ਤੇ ਰੱਖੀਆਂ ਹੋਈਆਂ ਪੰਡਾ ਜ਼ਮੀਨ ਤੇ ਸੁੱਟ ਦਿੱਤੀਆਂ ਨੇ, ਪੈਦਲ ਆਪਣੇ ਘਰ ਨੂੰ ਹੋ ਤੁਰਿਆ ਏ। ਰਾਤ ਬਤੀਤ ਹੋਈ ਹੈ, ਦਿਨ ਚੜ੍ਹਿਆ ਏ। ਰਾਜੇ ਨੂੰ ਪਤਾ ਲੱਗਾ ਰਾਤੀ ਮਹਿਲਾਂ ਦੇ ਵਿੱਚ ਖਜ਼ਾਨੇ ਦੇ ਵਿੱਚ ਕੋਈ ਚੋਰੀ ਕਰਨ ਦੇ ਲਈ ਆਇਆ ਏ। ਉਸੇ ਵੇਲੇ ਆਪਣੇ ਅਹਿਲਕਾਰਾਂ ਨੂੰ ਕੋਲ ਬੁਲਾਇਆ ਏ। ਕਹਿਣ ਲੱਗੇ ਜਿਹਦੇ ਉੱਪਰ ਵੀ ਸ਼ੱਕ ਪੈਂਦਾ ਏ ਉਹਨੂੰ ਫੜੋ ਤੇ ਸਖਤੀ ਦੇ ਨਾਲ ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾਵੇ। ਅਹਿਲਕਾਰ ਤੁਰੇ ਨੇ ਗਲੀਆਂ ਬਾਜ਼ਾਰਾਂ ਦੇ ਵਿੱਚ, ਜਿਹਦੇ ਉੱਪਰ ਵੀ ਸ਼ੱਕ ਪੈਂਦਾ ਏ ਉਹਨੂੰ ਫੜਿਆ ਜਾਂਦਾ ਏ, ਕੈਦ ਦੇ ਵਿੱਚ ਸੁੱਟਿਆ ਜਾਂਦਾ ਏ। ਮਾਰ ਕੁਟਾਈ ਦਾ ਦੌਰ ਆਰੰਭ ਹੁੰਦਾ ਏ। ਭੂਮੀਏ ਨੂੰ ਪਤਾ ਲੱਗਾ ਏ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਤੀਸਰਾ ਬਚਨ ਉਹਨੇ ਯਾਦ ਕੀਤਾ ਏ ਕਿ ਭੂਮੀਆਂ, ਅਨਿਆਂ ਹੁੰਦਾ ਆਵੇ ਵੇਖ ਕੇ ਬਰਦਾਸ਼ਤ ਨਾ ਕਰੀ। ਆਪਣੇ ਘਰ ਤੋਂ ਤੁਰਿਆ ਏ। ਰਾਜੇ ਦੇ ਕੋਲ ਜਾ ਕੇ ਇਹਨੇ ਇੱਕ ਅਰਜ਼ ਕੀਤੀ ਹੈ। ਕਹਿਣ ਲੱਗਾ, ਰਾਜਨ ਇਹਨਾਂ ਨੂੰ ਛੱਡ ਦੇ, ਇਹਨਾਂ ਦਾ ਕਸੂਰ ਕੋਈ ਨਹੀਂ। ਰਾਜਾ ਕਹਿਣ ਲੱਗਾ, ਤੂੰ ਕੌਣ ਹੁੰਨਾ ਏ? ਰਾਜਾ ਮੈਂ, ਪਰਜਾ ਮੇਰੀ, ਹੁਕਮ ਮੇਰਾ ਚੱਲੇਗਾ। ਤੂੰ ਕੌਣ ਹੁੰਨਾ ਮੈਨੂੰ ਸਲਾਹਾਂ ਦੇਣ ਵਾਲਾ? ਤੇ ਭੂਮੀਏ ਨੇ ਕਿਹਾ, ਰਾਜਨ ਮੈਂ ਉਹ ਹਾਂ ਜਿਹੜਾ ਰਾਤ ਤੇਰੇ ਮਹਿਲਾਂ ਦੇ ਵਿੱਚ ਚੋਰੀ ਕਰਨ ਦੇ ਲਈ ਆਇਆ ਸਾਂ। ਰਾਜਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ, ਹੈਰਾਨ ਹੋ ਗਿਆ ਏ। ਕਹਿਣ ਲੱਗਾ, ਪੁਰਖਾ ਤੈਨੂੰ ਪਤਾ ਵੀ ਹੈ, ਤੂੰ ਬੋਲਦਾ ਕੀ ਪਿਆ ਏ? ਚੋਰੀ ਦੀ ਸਜ਼ਾ ਬੜੀ ਭਿਆਨਕ ਹੈ। ਅਜੇ ਵੀ ਕਹਿ ਦੇ ਕਿ ਜੋ ਕੁਝ ਬੋਲਿਆ ਮੈਂ ਝੂਠ ਬੋਲਿਆ। ਭੂਮੀਆ ਕਹਿਣ ਲੱਗਾ, ਰਾਜਨ ਹੁਣ ਭਾਵੇਂ ਮਾਰ ਲੈ ਭਾਵੇਂ ਰੱਖ ਲੈ, ਪਰ ਸੱਚ ਇਹ ਆ ਰਾਤੀ ਮੈਂ ਹੀ ਸੀ ਜਿਹੜਾ ਤੇਰੇ ਮਹਿਲਾਂ ਦੇ ਵਿੱਚ ਚੋਰੀ ਕਰਨ ਦੇ ਲਈ ਆਇਆ ਸਾਂ। ਰਾਜਾ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਮੈਨੂੰ ਇੱਕ ਗੱਲ ਦੱਸ, ਜੇ ਤੂੰ ਚੋਰੀ ਕਰਨ ਦੇ ਲਈ ਆਇਆ ਇੱਥੋਂ ਲੈ ਕੇ ਕਿਉਂ ਨਹੀਂ ਕੁਝ ਗਿਆ? ਤੇ ਜੇ ਲੈ ਕੇ ਕਿਉਂ ਕੁਝ ਨਹੀਂ ਗਿਆ ਤੇ ਫਿਰ ਆਪਣੇ ਆਪ ਨੂੰ ਕੁਰਬਾਨ ਕਰਨ ਦੇ ਲਈ, ਮਰਵਾਉਣ ਦੇ ਲਈ ਮੇਰੇ ਸਨਮੁਖ ਕਿਉਂ ਹੋਇਆ? ਭੂਮੀਆ ਕਹਿਣ ਲੱਗਾ, ਰਾਜਨ ਜੇ ਮੈਂ ਪਹਿਲਾਂ ਵਾਲਾ ਭੂਮੀਆ ਹੁੰਦਾ ਤੇ ਸੱਚ ਕਰਕੇ ਜਾਣੀ, ਤੇਰੇ ਖਜ਼ਾਨੇ ਦੇ ਵਿੱਚ ਕੁਝ ਰਹਿਣ ਹੀ ਨਹੀਂ ਸੀ ਮੈਂ ਦੇਣਾ। ਰਾਜਾ ਕਹਿਣ ਲੱਗਾ, ਇਦਾਂ ਦਾ ਕੀ ਤੇਰੇ ਨਾਲ ਹੋਇਆ? ਕਹਿਣ ਲੱਗਾ, ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਰੱਬ ਦੇ ਰੂਪ ਦੇ ਦਰਸ਼ਨ ਕੀਤੇ। ਉਹਦੇ ਦਰਸ਼ਨਾਂ ਦੇ ਵਿੱਚ ਉਹਦੇ ਚਿਹਰੇ ਦੇ ਉੱਪਰ ਇੰਨਾ ਕੁ ਜ਼ਿਆਦਾ ਨੂਰ ਸੀ, ਮੈਂ ਝੂਠ ਨਾ ਬੋਲ ਸਕਿਆ। ਉਸ ਰੱਬ ਦੀ ਮੂਰਤ ਦੇ ਨਾਲ ਕੁਝ ਬਚਨ ਸਾਂਝੇ ਹੋਏ। ਉਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਮੈਂ ਅੱਜ ਤੇਰੇ ਸਨਮੁਖ ਆਇਆ ਵਾਂ।
उस रब की मूरत के सन्मुख मैं ये कहा सी, जिंदगी दे विच झूठ नहीं बोलांगा, कदी भी लूण खा के हराम नहीं करांगा, ते अन्याय नूं वेख के मैं बर्दाश्त नहीं करांगा। राजन, भावें मैनू रख लै ते भावें मैनू मार लै, सच इवें आ चोरी करन दे लई रात मैं ही चल के आया सी। राजा हैरान हो गया, कह लगा मेरे उपर भी एक पर उपकार कर दे, मैं तेनू कवांगा कुछ नहीं। जिस रब की मूरत दे दर्शन करके तेरे जीवन दे विच तब्दीली आ गई है, तेरा जीवन बदल गया है, मैनू भी उस रब की मूरत दे दर्शन करवा दे। मैं भी दर्शन करके उहदे चरनां दा भौरा बनना चाहना। साडा इतिहास कहंदा है, भूमिया राजे नूं लै के गया है, गुरु नानक साहब जी दे दर्शन कीते, राजा निहाल हो गया है। वो जैसौर दा इलाका जिथे सदा है होया करदी सी, गुरु नानक साहब जी की कृपा दे नाल उत्थे जय जयकारां होण लग पईयां। दो समय धर्मशाला दे विच बैठ के उस रब की कीर्ति, रब नूं याद किया जाता है। साध संगत, एक गुरु नानक साहब जी की वडियाई है। जे चोरां ने दर्शन किए, वो गुरु नानक साहब जी के चरनां दे भौरे बन गए। जे वली कंधारी वर्गा हंकारी दर्शन करता है, वो सतगुरां जी के चरनां ते ढह के अपने हंकार नूं तोड़ दिंदा है। ते जे सज्जण दर्शन करता है, वो सचमुच गुरु के उपदेश नूं धारण करके सज्जण बन जाता है। ये गुरु नानक साहब जी की वडियाई है। तां ही गुरु अर्जन साहब जी ने शब्द कहा, ज्ञान ध्यान किश कर्म न जाना, सार न जाना तेरी, सब ते वड्डा सतगुरु नानक जिन कल राखी मेरी। ये गुरु नानक साहब जी के पर उपकार ने। भाई गुरदास जी ने कहा, धन नानक तेरी वड्डी कमाई, गुरु नानक की वड्डी कमाई का सदका ही अज असीं अपने घरां दे विच बैठे सरदारियां माणदे पए आ। मैं तो अक्सर बेनती करदा हुन्ना है, साडा रोम रोम, साडा सवास सवास गुरु नानक साहब जी के पर उपकारां दा करजाई है। गुरु दाते दे चरनां दे नाल जुड़ के अपने मनुखा जीवन नूं सफला करना, ये साडे हर एक प्राणी मात्र दा फर्ज होना चाहिए है। इन्नियां को बेनतियां आप समुची सिख संगत ने प्रवान करनियां। अखीरली बेनती करके मैं समाप्ति कर लगा। जिथे अज रात का विशेष तौर पर कवि दरबार है, कल नूं अमृत का बाटा भी तैयार होना है। पंज प्यारे साहिबान श्री अकाल तख्त साहिब तो पहुँच के अमृत का बाटा तैयार करनगे। जिथे गुरु का लंगर सिख संगत बड़े प्यार दे नाल छकदी पई है, उस दे उपर हाल बनिया है जिथे अमृत का बाटा तैयार होवेगा। संगत नूं निमरता सहित बेनती है कि बड़ा भागां वाला समा सानूं प्राप्त होया है। कई बार असीं कह दिंदे आ कि कोई गल नहीं, अजे किहड़ा अग्गा आया है, बाद दे विच छक लवांगे। पर गुरु बाबे की बाणी कहती है, मत जापै के साहो आवै के ना आवै राम। पता नहीं साध संगत जिहड़ा सवास असी अंदर लिया उन्हें बाहर आउणा कि नहीं आउणा, पता कोई नहीं। कई बार तो इदां दियां खबरां सुनन नूं मिलदियां ने, रात चंगा भला मंजे ते पिया सवेरे उठिया ही नहीं। इस करके साध संगत, सतगुर कै जन्मै गवन मिटाया। साडा आवागमन का चक्कर तां खत्म होवेगा जेकर असीं गुरु के घर दे विच जन्म लवांगे। ते गुरु के घर दे विच जन्म लैण दे लई सानूं अमृत छकना बहुत जरूरी है। श्री अकाल तख्त साहिब जी तो पंज प्यारे साहिबान पहुँच के अमृत का बाटा तैयार करनगे। ककार भेटा रहत धर्म प्रचार कमेटी दे वल्लों दिते जाणगे। ठीक 12 बजे अमृत अबलाखी केसी इशनान करके लंगर हाल दे उपर पहुंचण की कृपालता करियो। गुरु नानक साहब जी की खुशी नूं हासिल करिए। अमृत छक के खालसाई परिवार के मैंबर बन के सतगुरां जी दे धीआं पुत्र होण दा माण हासिल करके यह लोक सुखीए परलोक सुहेले नानक हर प्रभ आप ही मेले वाली दात दे पात्र बन जाइए। इन्नियां को बेनतियां
ਆਪ ਸਮੁੱਚੀ ਸਿੱਖ ਸੰਗਤ ਨੇ ਪ੍ਰਵਾਨ ਕਰਨੀਆਂ। ਧੰਨਵਾਦ ਆਪ ਸੰਗਤ ਦਾ, ਸਮੂਹ ਪ੍ਰਬੰਧਕ ਜਨਾਂ ਦਾ ਤੇ ਵਿਸ਼ੇਸ਼ ਤੌਰ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਕੁਝ ਕਹਿਣ ਦਾ ਤੇ ਸਰਵਣ ਕਰਨ ਦਾ ਇਹ ਸੁਭਾਗਾ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਬਾਬਾ ਕਿਰਪਾ ਕਰੇ ਸਾਡਾ ਗਾਵਿਆ, ਸਾਡਾ ਸੁਣਿਆ ਆਪਣੇ ਦਰ ਘਰ ਤੇ ਪ੍ਰਵਾਨ ਕਰਕੇ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ, ਸਿੱਖੀ ਸਿਦਕ ਤੇ ਭਰੋਸੇ ਦੀ ਦਾਤ ਬਖਸ਼ ਕਰਕੇ ਨਿਵਾਜੇ। ਸਾਧ ਸੰਗਤ, ਹੁਣ ਕਵੀਸ਼ਰੀ ਦਰਬਾਰ ਦੀ ਆਰੰਭਤਾ ਹੋਣੀ ਹੈ। ਸਾਡੇ ਪਾਸ ਪੰਥ ਦੇ ਮਹਾਨ ਕਵੀਸ਼ਰ ਗਿਆਨੀ ਗੁਰਜੀਤ ਸਿੰਘ ਜੀ ਵਰਿਆਂ, ਭਾਈ ਰਣਜੀਤ ਸਿੰਘ ਜੀ ਚੋਲਾ ਸਾਹਿਬ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜਥਿਆਂ ਦੇ ਸਮੇਤ ਇੱਥੇ ਪਹੁੰਚੀ ਹੋਏ ਨੇ, ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਾ ਹੈ। ਠੀਕ 10 ਵਜੇ ਕਵੀ ਦਰਬਾਰ ਦੀ ਆਰੰਭਤਾ ਹੋ ਜਾਣੀ ਹੈ। ਪੰਥ ਦੇ ਨਾਮਵਰ ਕਵੀ ਕਵਿਤਾਵਾਂ ਦੇ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਸ, ਸਤਿਗੁਰਾਂ ਜੀ ਦੀ ਵਡਿਆਈ ਆਪ ਸਿੱਖ ਸੰਗਤ ਦੇ ਨਾਲ ਸਾਂਝੀ ਕਰਨਗੇ। ਆਪਾਂ ਬੜੇ ਪਿਆਰ ਦੇ ਨਾਲ ਇਹਨਾਂ ਗੁਰਮੁਖਾਂ ਪਾਸੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਹੈ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਅਸੀਸ ਦਿੰਦੇ ਹੋਏ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।